ਨਾਨਕ ਹਰ ਸੰਗ ਮੀਤ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵੱਲੀ। ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਿਚਲ ਮੱਲੀ। ਹਰ ਦਰ ਸੇਵੈ ਅਲਾਖੇ ਅਭੇਵੈ ਨਿਚਲ ਆਸਣ ਪਾਇਆ। ਤਹ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁਖ ਮਿਟਾਇਆ। ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂ ਨ ਚੱਲੀ। ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ। ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਪਵਿੱਤਰ ਬਾਣੀ ਦੇ ਸ਼ਬਦ ਦਾ ਪਾਠ ਸਰਵਣ ਕਰ ਰਹੇ ਸੀ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 79 ਉੱਪਰ ਸੁਭਾਏਮਾਨ ਆਪਾਂ ਸਰਵਣ ਕਰ ਰਹੇ ਸੀ। ਭਾਈ ਕਲਿਆਣਾ ਜੀ ਅਤੇ ਮੰਡੀ ਦਾ ਰਾਜਾ ਜੋ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆਏ ਹਨ ਔਰ ਉਸ ਦਾ ਭੁਲੇਖਾ ਵੀ ਦੂਰ ਕੀਤਾ ਸਤਿਗੁਰਾਂ ਨੇ। ਜਦੋਂ ਉਸ ਨੂੰ ਭਰਮ ਪੈ ਗਿਆ ਬਚਨ ਸੁਣ ਕੇ ਬਾਣੀ ਦਾ ਲੇਖ ਨ ਮਿਟੇ ਹੈ ਸਖੀ ਜੋ ਲਿਖਿਆ ਕਰਤਾਰ। ਜਦੋਂ ਇਹ ਭਰਮ ਪੈ ਗਿਆ ਤੇ ਇਸ ਭਰਮ ਨੂੰ ਸਤਿਗੁਰਾਂ ਨੇ ਦੂਰ ਕੀਤਾ ਵੀ ਗੁਰੂ ਕੋਲ ਆ ਕੇ ਹੀ ਲੇਖੇ ਮਿਟਦੇ ਹਨ। ਗੁਰੂ ਹੀ ਇਹ ਸਮਰੱਥਾ ਰੱਖਦਾ ਹੈ ਜੀਵ ਨੂੰ ਪਰਮੇਸ਼ਰ ਨਾਲ ਮਿਲਾਉਣ ਦੀ। ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਅਨੇਕਾਂ ਪ੍ਰਸ਼ਨ ਜਿਨ੍ਹਾਂ ਦੇ ਜਵਾਬ ਸਤਿਗੁਰੂ ਅਰਜਨ ਦੇਵ ਜੀ ਇਸ ਸ਼ਬਦ ਵਿੱਚ ਦੇ ਰਹੇ ਹਨ। ਤੋ ਰਾਜਾ ਪੁੱਛਦਾ ਫਿਰ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ। ਕੱਲ੍ਹ ਆਪਾਂ ਇਹ ਸ਼ਬਦ ਦੀ ਆਰੰਭਤਾ ਕੀਤੀ ਸੀ। ਮਨ ਪਿਆਰਿਓ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ। ਉਹ ਪਿਆਰੇ ਮਿੱਤਰ ਬਣਾ
ਜਿਵੇਂ ਬੱਚੇ ਨੂੰ ਕੋਈ ਬੜਾ ਪਿਆਰ ਨਾਲ ਸਮਝਾਵੇ, ਕਈ ਵਾਰੀ ਮਨ ਨੂੰ ਪਿਆਰ ਨਾਲ ਸਮਝਾਉਣਾ ਪੈਂਦਾ, ਕਈ ਵਾਰੀ ਡੰਡੇ ਨਾਲ ਸਮਝਦਾ। ਮਨ ਸਾਰਿਆਂ ਦੇ ਕੋਲ ਹੀ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਜਦੋਂ ਕੋਈ ਹੱਥ ਬੰਨਿਆ ਨਾ ਮੰਨੇ, ਪਿਆਰ ਨਾਲ ਸਮਝਾਇਆ ਨਾ ਮੰਨੇ, ਫਿਰ ਸ਼ਸਤਰ ਚੱਕਣਾ ਵੀ ਜਾਇਜ਼ ਹੀ ਆ। ਚੌਂਕਾਰ ਅਜਾ ਹਮ ਹੀਲ ਤੇ ਦਰਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਫਿਰ ਤਲਵਾਰ ਦਾ ਹੱਥ ਚਾਉਣਾ ਜਾਇਜ਼ ਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਬੜੇ ਪਿਆਰ ਨਾਲ ਦੁਨੀਆ ਨੂੰ ਸਮਝਾਇਆ ਗਿਆ, ਦੁਨੀਆ ਦਾ ਮਾਰਗਦਰਸ਼ਨ ਕੀਤਾ ਗਿਆ। ਜਦੋਂ ਚੰਦੂ ਵਰਗੇ, ਜਹਾਂਗੀਰ ਵਰਗੇ ਪਾਪੀਆਂ ਨੇ ਜ਼ੁਲਮ ਦੀ ਹੱਦ ਮੁਕਾ ਦਿੱਤੀ, ਪੰਜਵੇਂ ਪਾਤਸ਼ਾਹ ਜੀ ਨੂੰ ਵੀ ਸ਼ਹੀਦ ਕਰ ਦਿੱਤਾ, ਤੱਤੀ ਤਵੀ ਆਦਿ ਤੇ ਬਿਠਾ ਕਰਕੇ, ਤਸੀਹੇ ਦੇ ਕਰਕੇ, ਤਾਂ ਫਿਰ ਛੇਵੇਂ ਪਾਤਸ਼ਾਹ ਨੇ ਤਲਵਾਰ ਚੱਕੀ, ਉਹ ਸਤਨਾਮ ਸ੍ਰੀ, ਔਰ ਉਹਨਾਂ ਜ਼ਾਲਮਾਂ ਨੂੰ ਸੋਧਾ ਲਾਇਆ, ਜ਼ੁਲਮ ਦਾ ਖਾਤਮਾ ਕੀਤਾ। ਉਸ ਮਾੜੀ ਜ਼ੁਲਮੀ ਸਰਕਾਰ ਨਾਲ ਟੱਕਰ ਲਈ। ਆਪਣੇ ਸਮੇਂ ਵਿੱਚ 4 ਜੰਗਾਂ ਕੀਤੀਆਂ ਵੱਡੀਆਂ। 7ਵੇਂ ਜਾਮੇ ਫਿਰ ਹੁਕਮ ਦਿੱਤਾ ਵੀ ਲੜਨਾ ਨਹੀਂ। ਇਹ ਗੁਰੂ ਲੜਨ ਵਾਸਤੇ ਨਹੀਂ ਆਇਆ, ਗੁਰੂ ਤਾਂ ਪਿਆਰ ਨਾਲ ਸਮਝਾਉਣਾ ਚਾਹੁੰਦਾ, ਪਰ ਕੋਈ ਮੰਨਦਾ ਹੀ ਨਹੀਂ, ਫਿਰ ਸ਼ਸਤਰ ਚੱਕਣਾ ਪੈਂਦਾ। ਇਸ ਕਰਕੇ ਸਾਨੂੰ ਸ਼ਸਤਰ ਚੱਕਣਾ ਪਿਆ। ਤੇ 7ਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਤੁਸੀਂ ਲੜਾਈ ਨਹੀਂ ਕਰਨੀ, ਫੌਜ ਬਣਾਈ ਰੱਖਣੀ, ਜਿਹੜਾ ਤੁਹਾਡੇ ਤੇ ਚੜ੍ਹ ਕੇ ਆਵੇਗਾ ਉਹ ਰਾਹ 'ਚ ਹੀ ਮਾਰਿਆ ਜਾਵੇਗਾ। 7ਵੇਂ ਪਾਤਸ਼ਾਹ ਨੇ ਫੌਜ ਤਾਂ ਰੱਖੀ, 2200 ਘੋੜਸਵਾਰ, ਪਰ ਲੜਾਈ ਨਹੀਂ ਕੀਤੀ। ਜਿਹਨੇ ਚੜ੍ਹ ਕੇ ਆਉਣਾ ਕੀਤਾ ਉਹ ਰਾਹ 'ਚ ਹੀ ਖਤਮ ਹੋ ਗਿਆ। 7ਵੇਂ 8ਵੇਂ 9ਵੇਂ ਇਹਨਾਂ 3 ਗੁਰੂਆਂ ਨੇ ਫਿਰ ਪਿਆਰ ਦੇ ਨਾਲ ਦੁਨੀਆ ਨੂੰ ਰਸਤੇ ਪਾਉਣਾ ਸ਼ੁਰੂ ਕੀਤਾ। 9ਵੇਂ ਪਾਤਸ਼ਾਹ ਨੇ ਜਾ ਕੇ ਔਰੰਗੇ ਨੂੰ ਪਿਆਰ ਨਾਲ ਸਮਝਾਉਣਾ ਕੀਤਾ, ਉਹ ਨਹੀਂ ਮੰਨਿਆ, ਤਾਂ ਫਿਰ 10ਵੇਂ ਪਾਤਸ਼ਾਹ ਨੂੰ ਤਲਵਾਰ ਚੱਕਣੀ ਪਈ, ਕੋ ਸਤਨਾਮ ਸ੍ਰੀ, ਜ਼ੁਲਮ ਦਾ ਨਾਸ਼ ਕਰਨ ਵਾਸਤੇ। ਖੈਰ ਮਨੋਬਿਰਤੀਆਂ ਉੱਥੇ ਹੀ ਰੱਖੀਏ। ਬੜੇ ਪਿਆਰ ਦੇ ਨਾਲ ਗੁਰੂ ਅਰਜਨ ਦੇਵ ਜੀ ਕਹਿ ਰਹੇ ਆ, ਉਹ ਪਿਆਰੇ ਮਨਾ, ਉਹ ਮਿੱਤਰ ਮਨਾ, ਪਰਮੇਸ਼ਰ ਦਾ ਨਾਮ ਜਪਿਆ ਕਰ। ਜਦੋਂ ਮਨ ਨੂੰ ਸੰਬੋਧਨ ਕੀਤਾ ਜਾਂਦਾ ਹੈ, ਉਦੋਂ ਹਰ ਇੱਕ ਮਨੁੱਖ ਨੂੰ ਸੰਬੋਧਨ ਕੀਤਾ ਜਾਂਦਾ ਹੈ, ਕਿਉਂਕਿ ਵੈਸੇ ਆਪਣੇ ਸਰੀਰਾਂ ਦੇ ਨਾਂ ਤਾਂ ਅਲੱਗ-ਅਲੱਗ ਹੈ, ਕਿਹਦਾ ਨਾਂ ਲਈਏ। ਜਿਹੜਾ ਮਨ ਹੈ ਉਹ ਸਾਰਿਆਂ ਕੋਲੇ ਇੱਕੋ ਹੀ ਆ। ਇਸ ਕਰਕੇ ਸਤਿਗੁਰਾਂ ਨੇ ਜ਼ਿਆਦਾਤਰ ਬਾਣੀ ਵਿੱਚ ਮਨ ਨੂੰ ਸੰਬੋਧਨ ਕੀਤਾ। ਸੁਣ ਸਾਖੀ ਮਨ ਜਪ ਪਿਆਰ ਮਨਾ, ਪਿਆਰ ਨਾਲ ਸੁਣ ਸਾਖੀਆਂ ਤੈਨੂੰ ਸੁਣਾਵਾਂ। ਉਹ ਸੁਣ, ਅਜਾਮਲ ਉਧਰਿਆ ਕਹਿ ਏਕ ਵਾਰ, ਅਜਾਮਲ ਨੇ ਇੱਕ ਵਾਰੀ ਨਾਰਾਇਣ ਕਿਹਾ, ਉਹਦਾ ਭਲਾ ਹੋ ਗਿਆ। ਗਣਕਾ ਉਧਰੀ ਹਰ ਕਹੇ ਤੋਤ, ਗਣਕਾ ਨੂੰ ਜੁਗਤੀ ਬਣਾ ਗਿਆ ਕੋਈ ਰਿਸ਼ੀ ਜਾਂਦਾ ਜਾਂਦਾ, ਕਹਿੰਦਾ ਹੁਣ ਤੂੰ ਇਹਨਾਂ ਵਿਕਾਰਾਂ ਤੋਂ ਤਾਂ ਹਟ ਨਹੀਂ ਸਕਦੀ, ਇੱਕ ਤੋਤਾ ਰੱਖ ਲੈ, ਇਹਨੂੰ ਰਾਮ ਰਾਮ ਜਪਾਇਆ ਕਰ। ਤੇ ਉਹਨੇ ਉਹ ਤੋਤੇ ਨੂੰ ਰਾਮ ਰਾਮ ਜਪਾਉਣਾ ਕੀਤਾ। ਸੁਬਾਹ ਸ਼ਾਮ ਨਹਾ ਧੋ ਕੇ ਰਾਮ ਰਾਮ ਜਪਾਉਂਦੀ ਆ, ਦਿਨੇ ਰਾਤ ਆਪਦਾ ਕੰਮ ਕਰਦੀ ਆ। ਤੇ ਜਿੱਦਣ ਉਹਦੀ ਮੌਤ ਦਾ ਸਮਾਂ ਆਇਆ, ਅੰਮ੍ਰਿਤ ਵੇਲਾ, ਰੋਜ਼ਾਨਾ ਦੀ ਤਰ੍ਹਾਂ ਨਹਾ ਧੋ ਕੇ ਤਿਆਰ ਹੋਈ ਆ, ਤੋਤੇ ਦੇ ਪਿੰਜਰੇ ਕੋਲ ਆਈ ਆ, ਔਰ ਉਸ ਨੂੰ ਕਹਿੰਦੀ ਗੰਗਾ ਰਾਮ ਕਹੋ ਰਾਮ ਰਾਮ, ਪਰ ਤੋਤਾ ਅੱਜ ਬੋਲਿਆ ਹੀ ਨਹੀਂ, ਕਹੋ ਸਤਨਾਮ ਸ੍ਰੀ, ਗੰਗਾ ਰਾਮ ਕਹੋ ਰਾਮ ਰਾਮ। ਅੰਮ੍ਰਿਤ ਵੇਲਾ, ਦਿਨ ਹਜੇ ਚੜ੍ਹਿਆ ਨਹੀਂ, ਥੋੜਾ ਹਨੇਰਾ ਹੈ। ਇਸ ਨੇ ਸਹਿਜੇ ਹੀ ਉਸ ਪਿੰਜਰੇ ਵਿੱਚ ਹੱਥ ਪਾ ਕੇ ਤੋਤੇ ਨੂੰ ਵੇਖਣਾ ਚਾਹਿਆ ਵੀ ਕਿਤੇ ਮਰ ਤਾਂ ਨਹੀਂ ਗਿਆ, ਜਿਉਂਦਾ ਕਿ ਨਹੀਂ ਮਰਿਆ। ਪਰ ਜਦੋਂ ਉਹਨੇ ਉਸ ਪਿੰਜਰੇ ਵਿੱਚ ਹੱਥ ਪਾਇਆ ਤਾਂ ਕੀ ਹੋਇਆ, ਉਹਦੇ ਵਿੱਚ ਕਾਲਾ ਨਾਗ ਬੈਠਾ ਸੀ, ਜਿਹਨੇ ਤੋਤੇ ਨੂੰ ਡੰਗ ਮਾਰ ਕੇ ਮਾਰਤਾ ਸੀ। ਇਹਨੇ ਹੱਥ ਪਾਇਆ ਤੇ ਇਹਦੇ ਵੀ ਡੰਗ ਮਾਰਿਆ ਉਹਨੇ। ਜਦੋਂ ਹੱਥ ਲੱਗਿਆ ਉਹਦੇ, ਬਸ ਡੰਗ ਵੱਜਦਿਆਂ ਹੀ ਇਸ ਦਾ ਸਰੀਰ ਛੁੱਟ ਗਿਆ।
पर उस वेले राम राम जप रही सी, को सतनाम सी, कह रही सी गंगा राम कहो राम राम, गंगा राम कहो राम राम। इयों चढ़ कर गई बिबाननो, नरकां विच ना खाधो सो गोता। देखो गणका पापण, जिन पापां दा गलहार परोता। भाई गुरदास जी अपने बचनां लिखते हैं, जिन्हें अपनी जिंदगी सारी पापां दी भरी हुई बना ली, पर एक गुरु का प्यारा उहदी जुगती बना गया, बई तू बाकी जो मर्जी कर, पर सुबह शाम आ तो तेनू नाम जपा दिया कर। परमेश्वर ने उस बहाने उहदा उद्धार कर दिता। गणका पापन होए कै, पापां दा गल हार परोता। ते एक दिन उहदे दर ते कोई ऋषि आ गया, आया तो परमेश्वर ही है साध के रूप में। उधरों बारिश हो रही है, उधरों थले आके वो खड़ गया, उहदे छज्जे हेठां मींह तो बचन वास्ते बहाना जा बनाया। और गणका का कोई पिछला चंगा कर्म उग रहा, कहनी बाबा जी अंदर आ जाओ, मींह बहुत आ। कपड़े उहदे गिले हो गए, हथ विच उहदे पिंजरा, एक विच उहदे तोता है, नाल ओह लैके आया सी पिछों, को सतनाम सी। उहनूं अग सकाई, कपड़े सुकाए, प्रशादा छकाया, सेवा की ना। आपे सेवा लाईन फिर आपे बख्श करे, सबना का माँ प्यो आपे आपे सार करे। गणका ने सेवा की, फिर ऋषि कहना मैं तेरी सेवा ते बहुत खुश हाँ, मैं तेनू कुछ देना चाहना। कि बेटा नाम जपिया कर। कहते जी जिंदगी पापां दी भरी हुई है, मैथों हुण नाम नहीं जपिया जाता। साधु कहन लग्या कोई गल नहीं, आ तोता हुण मैथों भी सांभिया नहीं जाता, इनू तू रख लै, इनू नाम जपा दिया कर, नाले तू जप लेंगी, नाले ये गंगा राम है इहदा नाम, ये रोज़ राम राम करदा, मैं इनू राम राम जपाउण दी आदत पाई भी है, तू इनू नाम जपाया कर, नाले तू जप लेंगी, नाले ये जप लूगा। 2 घंटे सुबह शाम ला दिया कर, बस ऐसी जुगत बनी। सुन साखी मन जा प्यार, अजामन उदरिया कह एक बार, गणका उदरी हर कहे तोत, मन सिमर तू होहे मोख, मना तू भी सिमर लिया कर। मंडी वाला राजा ते भाई कल्याणा जी सतगुर की शरण विच आए, कहते महाराज कृपा करो, कहते नाम जपो। कल आपां सरवण कीता, नाम जपो, नाम ही नाल जाना है। राजा कहना जी फिर सारा साजो समान राज भाग, बाबा जी कहते झूठ का पसारा है, ये तैथों पहला किसी होर दा सीगा, अज तेरे कोले है, तू मर जाएगा, कल नूं इहदा मालक कोई होर बन जाऊगा। दूसरा पदा पढ़िया सीगा, मन प्यारिया जियो मित्रा, हर बिन झूठ पसारे, मन प्यारिया जियो मित्रा, बिख सागर संसारे। ये झूठ का पसारा है, ये चो निकलो, ये जहर का सागर है, चो निकलो। फिर प्रश्न पैदा होया किवें निकलीए। राजा पूछदा है, भाई कल्याणा पूछदा है, महाराज किवें निकलीए। कहंदे निकलने वास्ते तुसी ऐदां करो, चरण कमल कर बोहित करते। समुद्री बेड़ा ले लो, समुद्री बेड़ा तो पानी चों कढ़ के ले जाता है ना, संसार समुद्र चों गुरु के चरण कढ़ के ले जाएंगे। गुरु के चरणों के बेड़े ते सवार हो जाओ। दीन दयाल भरोसे तेरे, सब परिवार चढ़ाया बेड़े, इस बेड़े को पार लंघावे। वाहिगुरु नाम जहाज है, चढ़े सो उतरे पार। गुरु अर्जन देव जी कहते परमेश्वर के चरणों का बेड़ा है, ਉਹਦੇ ਵਿੱਚ ਬਹਿ ਜਾਓ, ਸੁਰਤ ਨੂੰ ਸ਼ਬਦ ਨਾਲ ਜੋੜ ਲਓ, ਨਿਕਲ ਜਾਓਗੇ। ਜੇ ਸਮੁੰਦਰ ਦੇ ਵਿੱਚ ਆਪਾਂ ਤੈਰ ਕੇ ਪਾਰ ਕਰਨਾ ਹੋਵੇ ਤੇ ਪੱਕਾ ਨਹੀਂ ਪਤਾ ਬਈ ਪਰਲੇ ਪਾਸੇ ਪਹੁੰਚੀਏ ਕਿ ਪਹਿਲਾਂ ਕੋਈ ਛਲ ਡੋਬ ਦੇ। ਪਰ ਜੇ ਬੇੜੇ 'ਚ ਬੈਠੇ ਹੋਈਏ, ਸਮੁੰਦਰੀ ਜਹਾਜ਼ 'ਚ ਬੈਠੇ ਹੋਈਏ, ਤੇ ਬਾਬਾ ਜੀ ਕਹਿੰਦੇ
सहसा दुख न व्यापे, फिर कोई संसा नहीं, दुख नहीं, समुद्री बेड़ा पार ला दूगा। ये तो उदाहरण है, पर गुरु के चरणों का वो बेड़ा है जिहड़ा तैनूं कदे डुब्बण नहीं देवेगा। एक बचन लिखदी है मेरे प्रीतम, लगड़ी सोथान जोड़न हारै जोड़िया। हुण सही थां ते जोड़ती है जोड़न वाले गुरु ने। लहरी लख सह आण, हुण भावें लखां लहरां आउण। डुब्बण दे ना मां पिरी, हुण मेरा प्यारा मैनू डुब्बण नहीं देवेगा। गुरु अर्जन देव जी कहते राजा साहब, गुरु के चरणों का बेड़ा, हरि के चरणों का बेड़ा, ये सवार हो जाओ। अज का पता आप जी ने सरवण किया। राजा पूछदा महाराज फिर नाल की जावेगा जीव दे? तुसीं कहने हो समान हाथी घोड़े उठ राज भाग सब इत्थे ही रह जाना। कहते जाऊगा, मैं तेनों उही चुकाऊंगा जिहड़ा तेरे नाल जा सके, बाकी सब झूठ का पसारा है। को सतनाम श्री महाराज नाल की जाऊगा। अज का पदा आरंभ करिए आपां। मन प्यारिया जियो मित्रा, हर लद्दे खेप सवली। हरि दे नाम दी खेप, खेप की हुंदी आ? थोक दे विच समान खेप हुंदी है। वाहवा समान इकट्ठा किया होया ते आपां पैकिंग करके रेल गड्डी विच बिल्टी करा दीए। कराउंदे आ लोग। दिल्लियों समान खरीदिया, उहदी पैकिंग की, गड्डी च बिल्टी कराई, बठिंडे पहुँच गया। को सतनाम श्री। बाहरले देशों तो खेप समुद्री जहाज़ां राही आउंदी आ। बाहरले देशों तो भारत में वस्तुआं आउंदियां हैं, वो समुद्री बेड़े में खेप आउंदी है, उहनूं खेप कहंदे आ। पैकिंग बिल्टी ते सिखा तू बिल्टी करा दे अपने जीवन की गुरु के लेखे च। को सतनाम सी। दीन दयाल भरोसे तेरे सब परिवार चढ़ाया बेड़े, बिल्टी करा देना, थोड़ी जी फीस लगनी आ, पर फिर तू निश्चिंत हो जी कि गुरु तैनू उत्थे पहुँचावेगा तेरे नाम दे समेत। को सतनाम श्री। मन प्यारिया जियो मित्रा, हर लद्दे खेप सवली। मन प्यारिया जियो मित्रा, हर दर निश्चल मल्ली। निश्चल अचल हो के, सुरत नूं रोक के, फुरनिया चों कढ़ के, डावा डोलना छड्ड के, गुरु ते भरोसा करके हरि दे दर नूं मल लै और अपने सवासां दी जिहड़ी पूंजी है ना, ये गुरु दे लेखे ला दे। बस थोड़ी जी फीस भरनी पैनी है। रोज़ दे 2.5 घंटे, 24 घंटिया चों 10वां हिस्सा गुरु दे लेखे चला दे। वाह गुरु वाह गुरु वाह गुरु वाह गुरु वाह गुरु वाह गुरु जपिया कर। ये तू गुरु दी फीस भर दे। सीस की फीस लगनी है, थोड़ी जी है। हुण तुसीं कहोगे सिरी वड्ढिया गया तो बाकी की बचिया, तो सिर तो ऊँ भी जाना। इन्नी लोई नहीं देखदिया खेती चल गई। फरीदा लोकां आपो अपनी मैं अपनी पई। फरीद नूं समझ आ गया, उन्होंने आपदी पई है। लोग बेसमझ है, उन्होंने आपदी पई है। फरीद नूं गल समझ आ गई, उन्होंने पता लग्या कि मैं अपनी जन्म नूं सफला करना है। ऐसा बचपन तो बेबे ने समझाया, शक्कर का लालच दे के एक वड्डा भगत फकीर बाबा फरीद बन गया। को सतनाम सी। बचपन च बेबे ने गुड़ का शक्कर का लालच दिता, मैं पुत्त नवाज करिया कर, तेन शक्कर मिलूगी। वो शक्कर का लालच दे के, मिठे का लालच दे के जब भगती पूर्ण हुई, फिर बाबे फरीद ने अपनी भगती नूं जजमेंट किया बई किन्नी क मिठी है ये। ओहो, ये शक्कर का कुछ भी नहीं मिठी। शक्कर खंड निवात गुड़, माखियो मांझा दुध, 7 वस्तु गिनी है। शक्कर खंड
ਨਿਵਾਤ ਹੁੰਦੀ ਹੈ ਮਿਸਰੀ, ਗੁੜ, ਮਾਖਿਓਂ ਸ਼ਹਿਦ, ਮਾਂਝਾ ਅੰਬ, ਦੁੱਧ। ਇਹ 7 ਚੀਜ਼ਾਂ ਦੁਨੀਆ ਵਿੱਚ ਬੜੀਆਂ ਮਿੱਠੀਆਂ ਮੰਨੀਆਂ ਗਈਆਂ। शक्कर खंड निवात गुड़ माखियो मांझा दुध, सभे वस्तु मिठियां पर रब ना पूजन तुद। तेरा नाम तो इदों भी स्वाद है, कहो सतनाम, इदों भी ज्यादा मिठा। तो बाबा जी कहने लगे पंजवें पातशाह सिखो, मन प्यारिया जियो मित्रा, हर लद्दे खेप सवली। वाहिगुरु कह कह के अपने सवासां नूं गुरु दे चरनां विच अर्पण कर दे। क्योंकि आप 24,000 सवास रोज़ खर्च कर लेंगे हाँ, संसार के धंधियां ते खर्च हो जाते हैं, सवास अपने खर्च हो गए, कमाई आपा की ते खा पी के रिश्तेदार साग संबंधी, तो यह सवास एवं गए ना अपने। आप ड्यूटी करते हैं, महीना भर तनख्वाह मिलती है, तो मुड़ के घरे ले जाने, जवाक गले छक जाते हैं, वो तो अपने लेखे च नहीं, अपने लेखे च तो उही जिहड़ा आपां खा लिया। बाबा कबीर जी कहते कबीरा कीचड़ आटा गिर परिया, कछू न आया हाथ। बंदा जोड़ी जाता जोड़ी जाता जोड़ी जाता है, बई कल्ले वेले बह के खावांगे। कई बारी तो जोड़िया होया लुटिया जाता है, कई बारी जोड़न वाला मर जाता है। बाबा जी कहते वे जिमें जिमें दाने पीसे जा रहे उवें उवें खाई चलो। पीसत पीसत चाबिया सोई निभिया साथ। जिहड़ा खाधा गया उही अपनी भुख नूं मारूगा ना। जिहड़ा घरे इकट्ठा करके खजाना भर के रख लिया, वड्डे वड्डे मंत्रियों ने भर छड्डिया, जनता भुखी मरी जाती है। उन्हें ढेर ला छड्डे न ते खा वो भी नहीं सकणगे, वो मर जाणगे, उत्थे पिया रह जू खजाना। इस करके गुरु नानक पातशाह ने कई वड्डे वड्डे राजिया मंत्रियों के जमा किए हुए खजाने, दुनीचंद वर्गियां दे और कारू वर्गियां दे, हारू वर्गियां दे जमा किए हुए खजाने कढ़ा के जनता विच बटाए। बई इन्हां जनता नूं बन दे, ये कन्वर्ट होके तैनूं इन्हां दियां असीसां मिलणगियां, वो असीसां लैके जाएगा नाल। फिर कारू ने सारे खजाने खोले, 45 गंज इकट्ठे करके बैठा सी जेड़े, और जनता विच वंडे। अज दे मंत्रियों का भी शायद यही ख्याल है, इन्हां नूं कोई अकल देण वाला आ जाए। भाई जनता भुखी मरी जाती है ते तुसीं घरे जोड़ के बैठे हो। तो बाबा कबीर साहब जी कहते ये तो जिवें जिवें कमाई जानी उवें खाई चलो। कबीर कीचड़ आटा गिर परिया, कट्ठी बोरी सिर ते चक्की होवे ते चिक्कड़ च पैर तिलक जे ते वो बोरी चिक्कड़ च डिग पे गई ना एवें ही। बस पीसत पीसत चाबिया, पींदियां पींदियां ही खा लो, सोई निभिया साथ होई नाल जाऊगा। मतलब सवास लैंदियां लैंदियां इन्हां सवासां नाल नाम जप लईए, वाह गुरु वाह गुरु वाह गुरु वाह गुरु। पीसत पीसत चाबिया सोई निभिया साथ। मेरे प्रीतम जी कहने सिखा, इन्हां सवासां नूं गुरु दे लेखे च लाने, नाम जपिया कर। मन प्यारिया जियो मित्रा, हर लद्दे खेप सवली। ये खेप बन जू, ये पैकिंग बिल्टी बन जू। जिमें कोई बिल्टी करा के निश्चिंत हो जाता फीस दे के, और वह समान वो ठिकाने ते पहुँच जाता। मन प्यारिया जियो मित्रा, हर दर निश्चल मन ली। फिर तू निश्चिंत हो जाई, तेरा समान भाव तेरी सवासां दी पूंजी जो गुरु के नाम ते खर्ची है, इहदा लाहा तैनूं जरूर मिलेगा। हर दर सेव अलाखी अपेव, निश्चल आसन पाया। जदों असी हरि दे दर नूं सिमरना शुरू किया, अलख जो लखिया नहीं जाता, अभेव जिसका भेद नहीं पाया जा सकता, वो परिपूर्ण परमेश्वर परमात्मा निश्चल आसन पाया। गुरु कृपा सदका ये जीव ने उस गुरु के चरणों में निश्चल अचल फुरनिया तो रहत
ਆਸਣ ਲਾ ਲਿਆ, ਟਿਕਣਾ ਕੀਤਾ। ਫਿਰ ਕੀ ਹੋਇਆ? ਨੇਚਲ ਆਸਣ ਪਾਇਆ, ਤਹਿ ਜਨਮ ਨ ਮਰਨ ਨ ਆਵਣ ਜਾਣਾ, ਸੰਸਾ ਦੁੱਖ ਮਿਟਾਇਆ। ਤੇ ਇਹ ਸਿੱਖ ਦਾ ਫਿਰ ਜੰਮਣਾ ਮਰਨਾ, ਆਉਣਾ ਜਾਣਾ ਜਿਹੜਾ ਹੈ ਉਹ ਕੱਟਿਆ ਗਿਆ, ਉਹ ਖਤਮ ਹੋ ਗਿਆ। ਭਾਵ ਕੱਲ ਆਪਾਂ ਸਰਵਣ ਕਰ ਰਹੇ ਸੀ, ਹਰ ਦੇਵੋ ਦਾਨ ਮੈਂ ਦਾਜੋ, ਉਹ ਬੱਚੀ ਦਾ ਵਿਆਹ ਪਿਛਲੇ ਸ਼ਬਦ ਕੀਤਾ ਨਾ ਸਰਵਣ, ਕਿ ਮੁੰਦ ਇਆਨੀ ਪਈ ਅੜੇ ਕਿਉਂ ਕਰ ਹਰ ਦਰਸ਼ਨ ਭਿੱਖੈ। ਕਿਵੇਂ ਆਪਣੇ ਮਾਲਕ ਦੇ ਦਰਸ਼ਨ ਕਰੇ ਇਹ ਨਿਆਣੀ ਬੱਚੀ ਜੀਵ ਆਤਮਾ। ਤੇ ਪਾਤਸ਼ਾਹ ਨੇ ਪਿਆਰ ਨਾਲ ਸਮਝਾਇਆ। ਫਿਰ ਕਹਿੰਦੇ ਜੀ ਹੁਣ ਦਾਜ ਕੀ ਦਈਏ ਕੁੜੀ ਨੂੰ? ਕਹਿੰਦੇ ਦਾਜ ਦੇ ਵਿੱਚ ਵੀ ਇਹਨੂੰ ਹਰੀ ਦਾ ਨਾਮ ਹੀ ਦਿਓ, ਕਿਉਂਕਿ ਨਾਮ ਹੀ ਇਹਦੇ ਨਾਲ ਜਾਵੇਗਾ। ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ। ਹਰੀ ਦੇ ਨਾਮ ਦਾ ਕੱਪੜਾ ਹੀ ਮੇਰੇ ਵਾਸਤੇ ਵਡਿਆਈ ਹੈ। ਜਿਤ ਸਬਰੇ ਮੇਰਾ ਕਾਜੋ। ਤਾਂ ਇਹ ਜੀਵ ਆਤਮਾ ਦਾ ਇਹ ਨਾਮ ਦਾ ਇਕੱਠਾ ਕੀਤਾ ਹੋਇਆ ਖਜ਼ਾਨਾ ਜਿਹੜਾ ਹੈ ਇਹ ਇਹਦੇ ਨਾਲ ਜਾਵੇਗਾ। ਤਹਿ ਜਨਮ ਨ ਮਰਨ ਨ ਆਵਣ ਜਾਣਾ, ਸੰਸਾ ਦੁੱਖ ਮਿਟਾਇਆ। ਫਿਰ ਇਹਨੂੰ ਉਹ ਘਰ ਮਿਲ ਜਾਵੇਗਾ ਜਿੱਥੇ ਕੋਈ ਸੰਸਾ ਨਹੀਂ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ। ਵਰ ਪਾਇਆ ਅਵਨਾਸੀ ਜੀਓ। ਜਿਹੜੀ ਇਹ ਜੀਵ ਆਤਮਾ ਕਈ ਯੁੱਗਾਂ ਤੋਂ ਭਟਕ ਰਹੀ ਸੀ ਥਾਂ ਥਾਂ ਤੇ, ਅੱਜ ਉਸ ਜੀਵ ਆਤਮਾ ਨੂੰ ਅਵਨਾਸ਼ੀ ਵਰ ਭਾਵ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਸੰਸਾ ਦੁੱਖ ਮਿਟਾਇਆ। ਤੇ ਹੋਰ ਕੀ ਹੋਇਆ ਭਲਾ? ਗੁਰੂ ਨੇ ਕਿਰਪਾ ਕੀਤੀ। ਚਿੱਤਰਗੁਪਤ ਕਾ ਕਾਗਦ ਫਾਰਿਆ। ਚਿੱਤਰਗੁਪਤ ਜਿਹੜੇ ਸਾਡੇ ਚੰਗੇ ਮਾੜੇ ਕਰਮ ਹਨ, ਜਿਨ੍ਹਾਂ ਨੂੰ ਭੋਗਣ ਵਾਸਤੇ ਬੰਦੇ ਨੂੰ ਬਾਰ-ਬਾਰ ਜਨਮ ਲੈਣਾ ਪੈਂਦਾ। ਚੰਗੇ ਕਰਮਾਂ ਨੂੰ ਵੀ ਭੋਗਣਾ ਪੈਂਦਾ। ਬੰਦਾ ਕਹਿੰਦਾ ਮੈਂ ਕੀਤੇ ਆ, ਫਿਰ ਪਰਮੇਸ਼ਰ ਉਹਦਾ ਫਲ ਦਿੰਦਾ। ਤੇ ਮਾੜੇ ਕਰਮ ਜਿਹੜੇ ਕਰਦਾ ਉਹ ਵੀ ਭੋਗਣੇ ਪੈਂਦੇ ਨੇ। ਉਹਨਾਂ ਨੂੰ ਭੋਗਣ ਵਾਸਤੇ ਵੀ ਕੋਈ ਨਾ ਕੋਈ ਜਨਮ ਧਾਰਨਾ ਪੈਂਦਾ। ਇਸ ਕਰਕੇ ਗੁਰੂ ਨੇ ਕਿਰਪਾ ਕੀਤੀ। ਉਹ ਜਿਹੜਾ ਲੇਖਾ ਜੋਖਾ ਚਿੱਤਰਗੁਪਤ ਨੇ ਸੀਕ੍ਰੇਟ ਕੈਮਰਾ, ਇਹ ਜਿਹੜਾ ਕੈਮਰੇ ਲੱਗੇ ਆ ਨਾ, ਇਹ ਤੁਹਾਨੂੰ ਪਤਾ ਨਹੀਂ ਲੱਗਦਾ। ਕੈਮਰੇ ਨੋਟ ਕਰੀ ਜਾਂਦੇ ਨੇ ਵੀ ਇਹ ਕਰਦਾ ਕੀ ਫਿਰਦਾ। ਜੇ ਅਸੀਂ ਕੈਮਰਿਆਂ ਦੇ ਸਾਹਮਣੇ ਕੋਈ ਗਲਤ ਹਰਕਤ ਕਰੀਏ ਤਾਂ ਉਹ ਵੀ ਨੋਟ ਹੋ ਜਾਣੀ ਹੈ, ਚੰਗੀ ਕਰੀਏ ਤੇ ਉਹ ਵੀ ਨੋਟ ਹੋ ਜਾਣੀ ਹੈ। ਉਹਨੂੰ ਪੁਰਾਣੇ ਲੋਕਾਂ ਨੇ ਲਿਖਿਆ ਚਿੱਤਰ ਗੁਪਤ। ਜਿਹੜੇ ਗੁਪਤ ਚਿੱਤਰ ਬਣੀ ਜਾਂਦੇ ਆ, ਵੀਡੀਓ ਹੀ ਬਣੀ ਜਾਂਦੀ ਆ, ਔਰ ਬੰਦਾ ਤੁਰਿਆ ਫਿਰਦਾ ਦਿਸਦਾ ਜਦੋਂ ਕੋਈ ਉਹਨੂੰ ਖੋਲ੍ਹ ਕੇ ਦੇਖਦਾ। ਫਿਰ ਉਸ ਨੂੰ ਮਨਾਉਣਾ ਔਖਾ ਨਹੀਂ ਹੈ। ਬਸ ਸਾਹਮਣੇ ਵੀਡੀਓ ਵਿਖਾਉਂਦੇ ਵੀ ਆਹ ਤੂੰ ਹੈ ਨਾ, ਆ ਤੂੰ ਕੀਤਾ। ਫਿਰ ਮੰਨ ਜਾਂਦਾ ਵੀ ਹਾਂ ਕੀਤਾ, ਚੱਲ ਫਿਰ ਸਜ਼ਾ ਹੋ ਸਤਨਾਮ ਸੀ। ਤੇ ਗੁਰੂ ਨੇ ਕੀ ਕੀਤਾ? ਉਹ ਵੀਡੀਓ ਹੀ ਡਿਲੀਟ ਕਰਤੀ, ਉਹ ਵੀਡੀਓ ਹੀ ਖਤਮ ਕਰਤੀ। ਚਿੱਤਰ ਗੁਪਤ ਕਾ ਕਾਗਦ ਫਾੜਿਆ, ਉਹ ਲੇਖਾ ਜੋਖਾ ਹੀ ਪਾੜ ਦਿੱਤਾ। ਧਰਮ ਰਾਏ ਦਰ ਕਾਗਦ ਫਾਰੇ, ਜਾਂ ਨਾਨਕ ਲੇਖਾ ਸਮਝਾ। ਚਿੱਤਰ ਗੁਪਤ ਕਾ ਕਾਗਦ ਫਾਰਿਆ, ਜਮਦੂਤਾਂ ਕਛੂ ਨਾ ਚੱਲੀ। ਉੱਥੇ ਤਾਂ ਫਿਰ ਕਲਯੁਗ ਦੇ ਜਮਦੂਤਾਂ ਦੀ ਵੀ ਵਾਹ ਨਹੀਂ ਗਈ। ਜਿਸ ਤਰ੍ਹਾਂ ਮੈਂ ਇੱਕ ਛੋਟੀ ਜਿਹੀ ਕਹਾਣੀ ਸਾਂਝੀ ਕਰਾਂ ਆਪ ਜੀ ਨਾਲ। ਵੀ ਇੱਕ ਪਟਵਾਰੀ ਆ, ਉਹ ਪਟਵਾਰ ਦੀ ਡਿਊਟੀ ਕਰਦਾ, ਹਾਲਾ ਮਾਮਲਾ ਲੋਕਾਂ ਤੋਂ ਇਕੱਠਾ ਕਰਕੇ ਸਰਕਾਰ ਦੇ ਕੋਲ ਜਮ੍ਹਾਂ ਕਰਾਉਂਦਾ ਲੰਬੇ ਸਮੇਂ ਤੋਂ। ਅੱਜ ਕੱਲ੍ਹ ਤਾਂ ਬੜਾ ਸੌਖਾ ਕੰਮ ਹੋ ਗਿਆ। ਪਹਿਲਾਂ ਪਟਵਾਰੀ ਕਿਤਾਬਾਂ ਚੱਕਦੇ, ਪਿੰਡਾਂ ਵਿੱਚ ਜਾਂਦੇ, ਜ਼ਮੀਨਾਂ ਵੇਖਦੇ, ਕਿਹਨੇ ਕਿੰਨੀ ਬੀਜੀ ਆ, ਕਿਹਨੇ ਕਿੰਨੀ ਬੀਜੀ ਆ, ਉਹਦੀ ਗਿਣਤੀ ਮਿਣਤੀ ਕਰਦੇ। ਫਿਰ ਉਹਨਾਂ ਤੋਂ ਹਾਲਾ ਮਾਮਲਾ ਉਹਦੇ ਹਿਸਾਬ ਨਾਲ ਲੈਂਦੇ। ਇਸੇ ਤਰ੍ਹਾਂ ਇੱਕ ਪਟਵਾਰੀ ਹਾਲਾ ਮਾਮਲਾ ਇਕੱਠਾ ਕਰਦਾ ਫਿਰਦਾ। ਕਹਿੰਦੇ ਇੱਕ ਪਿੰਡ ਵਿੱਚ ਗਿਆ, ਉਸ ਪਿੰਡ ਦਾ ਹਾਲਾ ਮਾਮਲਾ ਇਕੱਠਾ ਕੀਤਾ। ਕਈ ਦਿਨ ਲੱਗੇ, ਕੰਮ ਨਿਬੜਿਆ। ਕਾਫੀ ਸਾਰੀਆਂ ਕਿਤਾਬਾਂ, ਕੱਪੜੇ ਦਾ ਨਕਸ਼ਾ ਜਿਹਾ ਹੁੰਦਾ ਉਹਦੇ ਕੋਲ, ਵਾਹਵਾ ਵੇਟ ਹੈ, ਵਾਹਵਾ ਭਾਰ ਹੈ। ਤੇ ਪਿੰਡ ਦੇ ਨੰਬਰਦਾਰ ਨੂੰ ਕਹਿੰਦਾ ਵੀ ਭਾਈ ਸਾਹਿਬ ਜੀ ਇੱਕ ਨੌਕਰ ਦਿਓ, ਕੋਈ ਮਜ਼ਦੂਰ ਦਿਓ,
ਤੇ ਮੇਰੀਆਂ ਇਹ ਕਿਤਾਬਾਂ ਅਗਲੇ ਪਿੰਡ ਛੱਡ ਕੇ ਆਵੇ। ਕਹਿੰਦੇ ਪਟਵਾਰੀ ਨੇ ਉਸ ਵੇਲੇ ਫਿਰ ਨੰਬਰਦਾਰ ਨੇ ਇੱਕ ਮਜ਼ਦੂਰ ਸੱਦਿਆ ਤੇ ਮਜ਼ਦੂਰ ਨੂੰ ਕਹਿਣ ਲੱਗਿਆ ਬਈ ਭਾਈ ਸਾਹਿਬ ਦਾ ਜਿਹੜੀਆਂ ਕਿਤਾਬਾਂ ਨਾ ਉਹ ਅਗਲੇ ਪਿੰਡ ਛੱਡ ਕੇ ਆ। ਤਾਂ ਉਸੇ ਵੇਲੇ ਉਹ ਮਜ਼ਦੂਰ ਆ ਗਿਆ, ਕਹਿਣ ਲੱਗਿਆ ਜੀ ਛੱਡੇ ਆਉਣਾ। ਕਿੱਥੇ ਛੱਡ ਕੇ ਆਉਣੀ ਹੈ? ਬਸ ਅਗਲੇ ਪਿੰਡ। ਤੇ ਕਹਿਣ ਲੱਗਿਆ ਵੀ ਕਿੰਨੀ ਮਜ਼ਦੂਰੀ ਲਵੇਂਗਾ? ਉਹ ਕਹਿੰਦਾ ਮਜ਼ਦੂਰੀ ਕੋਈ ਨਹੀਂ ਲੈਂਦਾ, ਬਸ ਰਸਤੇ ਦੇ ਵਿੱਚ ਜਾਂ ਤਾਂ ਰੱਬ ਦੀ ਗੱਲ ਤੂੰ ਸੁਣਾ ਦੀ ਤੇ ਜਾਂ ਸੁਣ ਲਈ। ਕਹਿਣ ਲੱਗਿਆ ਠੀਕ ਆ, ਮੈਂ ਜਾਣਦਾ ਤਾਂ ਕੁਛ ਨਹੀਂ ਗਾ, ਪਰ ਮੈਂ ਤੈਥੋਂ ਸੁਣ ਲੂੰਗਾ। ਕਹਿਣ ਲੱਗਿਆ ਠੀਕ ਹੈ, ਤੂੰ ਮੈਥੋਂ ਸੁਣੀ ਜਾਈ, ਹੁੰਗਾਰਾ ਭਰਦਾ ਜਾਈ। ਉਹ ਕਹਿਣ ਲੱਗਿਆ ਠੀਕ ਹੈ, ਮੈਂ ਹੁੰਗਾਰਾ ਭਰਦਾ ਜਾਊਂਗਾ, ਮੈਨੂੰ ਤਾਂ ਕੁਛ ਨਹੀਂ ਆਉਂਦਾ। ਉਹ ਕਹਿਣ ਲੱਗਿਆ ਠੀਕ ਹੈ, ਤੇ ਚੱਲ ਪਿਆ। ਸਿਰ ਤੇ ਉਹਦੀਆਂ ਕਿਤਾਬਾਂ ਰੱਖੀਆਂ ਔਰ ਰਸਤੇ ਵਿੱਚ ਰੱਬ ਦੀਆਂ ਗੱਲਾਂ ਕਰਦਾ ਜਾ ਰਿਹਾ ਹੈ। ਤੇ ਗੁਰੂ ਪਿਆਰਿਓ, ਜਿਸ ਵੇਲੇ ਉਹ ਅਗਲੇ ਪਿੰਡ ਪਹੁੰਚਿਆ ਤੇ ਅਗਲੇ ਪਿੰਡ ਜਦ ਪਹੁੰਚਿਆ ਤੇ ਕਿਤਾਬਾਂ ਰੱਖ ਦਿੱਤੀਆਂ। ਕਿਤਾਬਾਂ ਰੱਖਣ ਤੋਂ ਬਾਅਦ ਉਹ ਮੁੜਨ ਲੱਗਿਆ, ਕਹਿਣ ਲੱਗਿਆ ਚੰਗਾ ਭਾਈ ਸਾਹਿਬ ਚੱਲਦਾ ਹੈ। ਚੰਗਾ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਪਰ ਉਦੋਂ ਪਹਿਲਾਂ ਗੱਲ ਦੱਸ ਕੇ ਜਾਣੀ ਸੀ ਕਿ ਬਈ ਹਫ਼ਤੇ ਬਾਅਦ ਤੇਰੀ ਮੌਤ ਹੋ ਜਾਣੀ ਆ ਤੇ ਤੂੰ ਜ਼ਿੰਦਗੀ ਵਿੱਚ ਹਾਲਾ ਮਾਮਲਾ ਇਕੱਠਾ ਕਰਦਾ ਰਿਹਾ, ਕੋਈ ਰੱਬ ਦੀ ਸਤਸੰਗ ਕੀਤੀ ਆ? ਪਟਵਾਰੀ ਕਹਿੰਦਾ ਬਸ ਨੌਕਰੀ ਕਰਦੇ ਰਹੇ। ਕਹਿੰਦੇ ਹੁਣ ਤੇਰੀ ਹੋ ਜਾਣੀ ਆ ਮੌਤ ਤੇ ਫਿਰ ਤੂੰ ਜਾਣਾ ਧਰਮਰਾਜ ਦੇ ਕੋਲ, ਜਮਦੂਤਾਂ ਨੇ ਲੈ ਕੇ ਜਾਣਾ, ਤੇਰਾ ਹਿਸਾਬ ਕਿਤਾਬ ਹੋਣਾ ਤੇ ਕਾਲੇ ਲੇਖ ਲਿਖੇ ਆ ਜਿਹੜੇ ਫਿਰ ਤੈਨੂੰ ਸਜ਼ਾ ਮਿਲਣੀ ਆ। ਭਾਵ ਤੂੰ ਰੱਬ ਨੂੰ ਜਪਿਆ ਨਹੀਂ, ਸਾਰੀ ਉਮਰ ਮਾਇਆ ਇਕੱਠੀ ਕਰਦਾ ਰਿਹਾ। ਕਬੀਰ ਸਾਹਿਬ ਜੀ ਲਿਖਦੇ ਨੇ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਹੁਣ ਪਟਵਾਰੀ ਤੋਂ ਕਿਹੜੀ ਪਟਵਾਰ ਦਾ ਕੰਮ ਹੋਣਾ ਸੀਗਾ? ਜੋ ਪਤਾ ਲੱਗ ਜੇ ਪਰਸੋਂ ਮਰਨਾ ਹੈ ਤੇ ਫਿਰ ਅੱਜ ਕੱਲ੍ਹ 'ਚ ਕੀ ਖਾ ਪੀ ਲਾਂਗੇ? ਹਫ਼ਤਾ ਤਾਂ ਛੇਤੀ ਨਿਬੜ ਗਿਆ, ਮੌਤ ਨੇੜੇ ਆ ਗਈ, ਸਿਰ ਤੇ ਦਿਖਾਈ ਦੇਣ ਲੱਗੀ ਤੇ ਅਖੀਰ ਮਰ ਗਿਆ। ਕਬੀਰ ਸਾਹਿਬ ਜੀ ਇਸ ਕਹਾਣੀ ਨੂੰ ਆਪਣੇ ਸ਼ਬਦ ਵਿੱਚ ਬੰਨ੍ਹਦੇ ਹੈ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਜਮਦੂਤ ਲੈਣ ਆ ਗਏ ਉਸ ਪਟਵਾਰੀ ਦੀ ਰੂਹ ਨੂੰ, ਕਹਿੰਦੇ ਚੱਲ ਵੀ ਚੱਲੀਏ, ਕਿਆ ਤਾਂ ਖੱਟਿਆ ਕਹਾਂ ਗਵਾਇਆ, ਚਲੋ ਸਤਾਵ ਦੀਵਾਨ ਬੁਲਾਇਆ। ਚੱਲ ਵੀ ਸਤਾਵ ਕਹਿੰਦੀ ਆ ਛੇਤੀ ਨੂੰ, ਛੇਤੀ ਚੱਲ। ਭਾਵ 1 ਮਿੰਟ ਦਾ ਵੀ ਸਮਾਂ ਨਹੀਂ ਦਿੰਦੇ ਅਗਲੇ। ਜਦੋਂ ਸਵਾਸ ਪੂਰੇ ਹੋ ਗਏ, ਇੱਕ ਵੀ ਸਵਾਸ ਵੱਧ ਨਹੀਂ ਆਉਣ ਦਿੰਦੇ, ਧੌਣ ਮਰੋੜ ਦਿੰਦੇ ਆ ਫੜ ਕੇ। ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਬੰਦਾ ਬੜੇ ਹੱਥ ਪੈਰ ਮਾਰਦਾ ਕਿ ਮੇਰੀ ਮੌਤ ਨਾ ਹੋਵੇ। ਆਹ ਕਰੋਨਾ ਵਿੱਚ ਮਰਨ ਵਾਲੇ ਕਿਵੇਂ ਤੜਫਦੇ ਹੋਏ ਜਾਨ ਛੱਡਦੇ ਆ। ਕਿਹਦਾ ਜੀ ਕਰਦਾ ਮਰਨ ਨੂੰ? ਕਸਾਈ ਬੱਕਰੇ ਨੂੰ ਮਾਰਦੇ, ਉਹ ਵੀ ਤੜਫਦਾ ਕੁਝ ਮਿੰਟ। ਇਹ ਪਟਵਾਰੀ ਕਹਿਣ ਲੱਗਿਆ ਯਾਰ ਠਹਿਰ ਜਾਓ। ਉਹ ਕਹਿੰਦੇ ਠਹਿਰਨ ਦਾ ਸਮਾਂ ਨਹੀਂ, ਚੱਲ ਦਰ ਹਾਲ, ਚੱਲ ਛੇਤੀ ਚੱਲ, ਹੁਣੇ ਚੱਲ। ਦੀਵਾਨ ਬੁਲਾਇਆ, ਤੈਨੂੰ ਧਰਮ ਰਾਜੇ ਨੇ ਕਚਹਿਰੀ ਵੀ ਸੱਦਿਆ। ਹਰ ਫਰਮਾਨ ਦਰਗਾਹ ਕਾ ਆਇਆ।
ਉਹ ਲਿਜਾਣ ਨੂੰ ਤਿਆਰ ਹੈ। ਤੇ ਪਟਵਾਰੀ ਕੀ ਕਹਿੰਦਾ, ਇਹ ਜੀਵ ਕੀ ਕਹਿੰਦਾ, ਕਰੋ ਅਰਦਾਸ ਗਾਮ ਕਿਛ ਬਾਕੀ। ਮੇਰੀ ਬੇਨਤੀ ਆ, ਮੈਂ ਹਜੇ ਕੁਝ ਪਿੰਡਾਂ ਦਾ ਹਾਲਾ ਮਾਮਲਾ ਇਕੱਠਾ ਕਰਨਾ ਹੈ। ਹਜੇ ਵੀ ਰੱਬ ਚੇਤੇ ਨਹੀਂ। ਮਰਦਾ ਹੋਇਆ ਵੀ ਇੱਕ ਬਾਣੀਏ ਦੇ 4 ਪੁੱਤਰ ਸੀ। ਬੰਦਾ ਬਾਣੀਆ ਮੰਜੇ ਤੇ ਪਿਆ ਮਰਨ ਕਿਨਾਰੇ, ਔਰ ਸਵਾਸ ਛੁੱਟਣ ਵਾਲੇ ਆ। ਪੁੱਛਦਾ ਘਰ ਵਾਲੀ ਨੂੰ, ਆਪਣਾ ਛਿੱਬੂ ਕਿੱਥੇ ਆ? ਉਹ ਕਹਿੰਦਾ ਆਸੇ ਬਾਪੂ ਬੈਠਾ ਮੈਂ। ਤੇ ਰਾਜੂ ਕਿੱਥੇ ਆ? ਉਹ ਇੱਧਰ ਪੈਰਾਂ ਕੰਨੀ ਬੈਠਾ ਤੇਰੇ ਕੋਲ ਹੀ। ਤੇ ਮੋਤੀ ਕਿੱਥੇ ਆ? ਕੰਨੇ ਇੱਧਰ ਬੈਠਾ। ਉਹ ਨਿੱਕਾ ਕਿੱਥੇ ਆ? ਚੌਥਾ ਉਹ ਵੀ ਬੈਠਾ। ਕਹਿੰਦੇ ਦੁਕਾਨ ਤੇ ਜਾਓ, ਇੱਥੇ ਬੈਠੇ ਕਰ ਦਿਓ। ਫਿਰ ਦੁਕਾਨ ਤੇ ਕੋਈ ਵੀ ਨਹੀਂ ਗਿਆਗਾ, ਆਪ ਮਰਨ ਨੂੰ ਤਿਆਰ ਹੈ। ਮਰਨ ਵੇਲੇ ਵੀ ਦੁਕਾਨ ਦਾ ਫਿਕਰ ਲੱਗਿਆ, ਉਲਟਾ ਜਵਾਕਾਂ ਨਾਲ ਲੜ ਪਿਆ। ਕਹਿੰਦੇ ਦੁਕਾਨ ਤੇ ਜਾਓ, ਇੱਥੇ ਬੈਠੇ ਕਰ ਦਿਓ। ਫਿਰ ਭਾਵ ਉਹ ਪਟਵਾਰੀ ਕਹਿੰਦਾ ਥੋੜੇ ਜਿਹੇ ਪਿੰਡਾਂ ਦਾ ਹਾਲਾ ਮਾਮਲਾ ਰਹਿੰਦਾ, ਕਰੋ ਅਰਦਾਸ ਗਾਮ ਕਿਛ ਬਾਕੀ। ਜਮਦੂਤ ਕਹਿੰਦੇ ਜਾਣਾ ਹੈ, ਉਹ ਕਹਿੰਦੇ ਯਾਰ ਰਾਤ ਕੱਟ ਲਓ, ਤੜਕੇ ਚੱਲ ਵੜਾਂਗੇ। ਲੇਹੋ ਨਵੇਰ ਆਜ ਕੀ ਰਾਤੀ, ਕਹਿੰਦਾ ਮੈਂ ਰਾਤੇ ਰਾਤ ਸਾਰੇ ਇਕੱਠੇ ਕਰ ਲੈਣਾ। ਤੇ ਨਾਲੇ ਉਹਨਾਂ ਨੂੰ ਕਹਿੰਦਾ ਵਿੱਚੋਂ ਰਿਸ਼ਵਤ ਸੋਨੂੰ ਵੀ ਦੇ ਦੂੰਗਾ, ਕਿਉਂਕਿ ਲੈਂਦਾ ਰਿਹਾ ਉਹ ਪਹਿਲਾਂ। ਜਿਹੜਾ ਲੈਂਦਾ ਰਿਸ਼ਵਤ ਉਹ ਦੇਣ ਵੀ ਜਾਣਦਾ। ਕਹਿੰਦਾ ਕਿਛ ਵੀ ਖਰਚ ਤੁਮਾਰਾ ਸਾਰੋ, ਤੁਹਾਨੂੰ ਵੀ ਖਰਚਾ ਪਾਣੀ ਦੇਊਂਗਾ ਯਾਰ। ਸੁਬਹ ਨਿਵਾਸ ਸਰਾਏ ਗੁਜ਼ਾਰੋ, ਅੱਜ ਦੀ ਰਾਤ ਕੱਟ ਲਓ ਇਸ ਸਰਾਂ ਦੇ ਵਿੱਚ, ਇਸ ਧਰਤੀ ਦੇ ਉੱਤੇ। ਉਹ ਖਿੱਚੀ ਜਾਂਦੇ ਐ, ਬਈ ਤੂੰ ਛੇਤੀ ਚੱਲ, ਚੱਲਣਾ ਹੈ। ਉਹ ਜਾਣ ਨੂੰ ਤਿਆਰ ਨਹੀਂ। ਚਲੋ ਖੈਰ ਲੈ ਗਏ। ਧਰਮਰਾਜ ਕੋਲ ਪਹੁੰਚੇ, ਹਿਸਾਬ ਕਿਤਾਬ ਸ਼ੁਰੂ ਹੋਇਆ। ਚਿੱਤਰਗੁਪਤ ਜਿਨ੍ਹਾਂ ਨੇ ਲੇਖਾ ਲਿਖਿਆ ਕਹਿੰਦੇ ਜੀ ਸਾਰੇ ਕਾਗਜ਼ ਕਾਲੇ ਕਰੀ ਬੈਠਾ ਹੈ। ਤਾਂ ਜ਼ਿੰਦਗੀ ਵਿੱਚ ਭਗਤੀ ਨਹੀਂ ਕੀਤੀ। ਇਹ ਹੱਥ ਬੰਨੀ ਖੜਾ ਜੀ, ਦੁਬਾਰੇ ਦੇਖ ਲਓ ਕਿਤਾਬਾਂ। ਦੁਬਾਰੇ ਲੇਖਾ ਜੋਖਾ ਕੀਤਾ। ਅਖੀਰ ਤੇ 4 ਘੜੀਆਂ ਸਤਸੰਗ ਦੀਆਂ, ਜਿਹੜੀਆਂ ਕੱਲ ਪਰਸੋਂ ਹੀ ਇਸ ਨੇ ਇੱਕ ਗੁਰਮੁਖ ਦੇ ਨਾਲ, ਜਿਹੜਾ ਮਜ਼ਦੂਰ ਸੀ ਉਹ ਬ੍ਰਹਮ ਗਿਆਨੀ ਸੀਗਾ ਅਸਲ ਵਿੱਚ ਇੱਕ, ਪਰ ਉਹ ਕਿਰਤ ਕਰਕੇ ਖਾਂਦਾ ਸੀਗਾ। ਉਹ ਇਹਨੂੰ ਦੱਸ ਗਿਆ ਸੀ, ਕਹਿੰਦੇ ਤੈਨੂੰ ਨਰਕਾਂ ਵਿੱਚ ਸਿੱਟਣਗੇ, ਪਰ ਜਿਹੜੀ 4 ਘੜੀਆਂ ਦੀ ਸਤਸੰਗ ਕੀਤੀ ਆ ਨਾ, ਇਹ ਤੈਨੂੰ ਬਚਾ ਸਕਦੀ ਆ। ਤੈਨੂੰ ਪੁੱਛਣਗੇ ਬੋਲ, ਪਹਿਲਾਂ ਨਰਕਾਂ ਦੀ ਲੰਬੀ ਜ਼ਿੰਦਗੀ ਭੋਗਣੀ ਹੈ ਕਿ ਪਹਿਲਾਂ 4 ਘੜੀਆਂ ਦਾ ਸੁੱਖ ਦਾ ਸਾਹ ਦੇਈਏ, ਤੈਨੂੰ ਸੱਚਖੰਡ ਭੇਜ ਦਈਏ। ਤੇ ਤੂੰ ਉੱਥੇ ਕਹਿ ਦੀ ਜੀ ਪਹਿਲਾਂ 4 ਘੜੀਆਂ ਛੋਟੀਆਂ ਇਹੀ ਦੇ ਦਿਓ, ਮੁੜ ਕੇ ਤਾਂ ਨਰਕੀ ਭੋਗਣਾ, ਦੁੱਖ ਭੋਗਣੇ ਆ। ਕਹਿੰਦੇ ਫੇਰ ਕੀ ਹੋਊਗਾ? ਕਹਿੰਦੇ ਬਸ ਇੱਕ ਵਾਰੀ ਜੇ ਤੂੰ ਸੱਚਖੰਡ ਵੜ ਗਿਆ ਨਾ, ਫਿਰ ਤੂੰ ਬਚ ਜਾਏਗਾ। ਉਹ ਗੁਰਮੁਖ, ਉਹ ਸਾਧੂ ਜਿਹੜਾ ਮਜ਼ਦੂਰ ਬਣ ਕੇ ਆਇਆ ਸੀ, ਉਹ ਇਹਨੂੰ ਸਮਝਾ ਗਿਆ। ਧਰਮਰਾਜ ਨੂੰ ਕਹਿਣ ਲੱਗੇ ਚਿੱਤਰਗੁਪਤ ਮਹਾਰਾਜ, ਅਖੀਰ ਤੇ ਇਹਨੇ ਆ ਮਾੜੀ ਜੀ ਸਤਸੰਗ ਕੀਤੀ ਆ ਕਿਸੇ ਗੁਰਮੁਖ ਦੀ। ਕਹਿੰਦੇ ਬੋਲ ਬਈ ਤੈਨੂੰ ਪਹਿਲਾਂ ਸੱਚਖੰਡ ਵਿਖਾਈਏ 4 ਘੜੀਆਂ ਕਿ ਤੈਨੂੰ ਨਰਕਾਂ ਸਿੱਟੀਏ। ਇਹਦੀ ਗੱਲ ਯਾਦ ਆ ਗਈ। ਕਹਿੰਦਾ ਜੀ ਪਹਿਲਾਂ ਸੱਚਖੰਡ ਹੀ ਵਿਖਾ ਦਿਓ, ਨਰਕ ਤਾਂ ਮੁੜ ਕੇ ਭੋਗਣਾ ਹੀ ਆ। ਜਮਦੂਤਾਂ ਨੂੰ ਕਹਿੰਦਾ ਵੀ ਜਾਓ ਇਹਨੂੰ ਸੱਚਖੰਡ ਛੱਡ ਆਓ, ਤੇ ਇਹਨੂੰ ਕਹਿ ਦਿਓ ਬਈ ਜਲਦੀ ਅੰਦਰੋਂ ਬਾਹਰ ਆ ਜੇ। ਤੇ ਇਸ ਤਰ੍ਹਾਂ ਉਹ ਜਮਦੂਤ ਉਹਨੂੰ ਡਰਾਉਂਦੇ ਹੋਏ ਸਮਝਾਉਂਦੇ ਹੋਏ ਲੈ ਗਏ ਸੱਚਖੰਡ ਦੇ ਬਾਹਰ ਵਿੱਚ ਜਾ ਕੇ। ਜਿਵੇਂ ਆ ਗੇਟ ਹੈ, ਗੇਟ ਤੋਂ ਅੰਦਰ ਵਾੜਤਾ, ਕਹਿੰਦੇ ਜਾ ਆ ਸੱਚਖੰਡ ਹੈ। ਜਮਦੂਤਾਂ ਨੂੰ ਉਹਦੇ ਵਿੱਚ ਜਾਣ ਦਾ ਹੁਕਮ ਨਹੀਂ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟਿਆ ਨਿਕਟ ਨ ਜਾਇਓ ਦੂਤ। ਕਹਿਣ ਲੱਗੇ ਇਹਨਾਂ ਨੂੰ ਅੰਦਰ ਜਾਣ ਦਾ ਹੁਕਮ ਨਹੀਂ। ਤੇ ਜਮਦੂਤਾਂ ਨੇ ਉਹ ਪਟਵਾਰੀ ਦੀ ਰੂਹ ਨੂੰ ਅੰਦਰ ਵਾੜਤਾ। ਅੰਦਰ ਗਿਆ, ਏਸੀ ਵਾਂਗੂ ਠੰਡਾ ਸੱਚਖੰਡ। ਇਹ ਤਾਂ ਕੁਛ ਵੀ ਨਹੀਂ ਏਸੀ, ਤਾਂ ਏਡੋਂ ਵੀ ਸ਼ਾਂਤ ਸੁੰਦਰ ਵਾਤਾਵਰਨ ਉੱਥੋਂ ਦਾ। ਬੜਾ ਖੁਸ਼ ਹੋਇਆ ਅੰਦਰ ਜਾ ਕੇ। ਬਹੁਤ ਸਾਰੀਆਂ ਰੂਹਾਂ ਨਾਮ ਜਪਣ ਵਾਲੀਆਂ ਬੈਠੀਆਂ, ਇਹ ਵੀ ਵਿੱਚ ਚੌਕੜਾ ਮਾਰ ਕੇ ਬਹਿ ਗਿਆ।
पर मगर वेखी जाता मुड़ मुड़ के बई वो जमदूत खड़े है, मैं उन्होंने नाल जाना है तो मैनू वो कुट्टणगे जे ना गया छेती। तो वह भी बाहर खड़े हथ मारी जाते हैं, बाहर आ जा बाहर आ जा, टाइम हो गया। हुण जदों उठ के तुरन लग्या ना, जड़ियाँ अंदर गुरमुख रूहां बैठियां सी वो कहदियां कित्थे चले आ? कहंदा ओ देखो जमदूत दंदियां कढ़ी जाते आ, पहला मैनू बहुत झिड़किया कुटिया है तो फिर कुट्टणगे, मैं तो जाना। वो कहंदे बाहर ना जाई हुण तू, वो अंदर नहीं आ सकते तैनू फड़न वास्ते, वो अंदर नहीं आ सकते। हाँ वो अंदर नहीं आ सकते, तू बाहर ना जाई, तेरा खैड़ा छुट गया। जे तू आप दी आ बाहर चलिया गया फसेगा। बंदा आप दी आप ही फसदा है ना। वो कह लगे अच्छा, कहने हाँ इत्थे बैठा रह के सल मार के तू बाहर ना जाई उठ के। वो उत्थे चौंकड़ा मार के फिर बह गया। वो दंदियां दुंदियां कढ़ के रौला पा के बाहर चो हथ हुथ मार के मुड़ गए तो जाके धर्मराज नूं कहदे जी वो तो बंदा अंदर ही बह गया, मुड़ के बाहर नहीं आया। मतलब जे आपां सिमरन विच अपने अंदर चले जाइए, रोजाना सिमरन करन दी आदत पै जे, फिर किवें जमदूत लैके जाणगे? फिर तां देवलोक दे देव ही लैके जाणगे। धर्मराज नूं कहंदे लियाइए फड़ के अंदरों। वो कहंदा अंदर नहीं जाणागा, आपां नूं अंदर जाण दा हुक्म नहीं है। कहंदे फिर हुण की करिए? बंदा निकल गया उहदा हत्थों। कहंदे निकल गया तो निकल गया, हुण छड्डो खैड़ा। कबीर साहब जी कहंदे इस तरह वो बंदा बच गया, पटवारी बच गया, जिहड़ा जमदूतां नूं कहंदा सी खरात कट लो, पकट्टन नहीं दित्ती। पर ये गुरमुख की संगत करके साध संग जाको रंग लागा। वो साधु की संगत करके उन्होंने रंग लग्या सी। धन धन सो जन पुरख सुभागा। देखो जिंदगी उहदी खराब सी, गणका दी न्याई, अजामल दी न्याई, पर एक साधु जांदा जांदा उसनूं जुगती दस गया रब दा प्यारा, उहदा भी उधार हो गया। मुड़ के वो अंदरों बाहर नहीं निकलिया ते बाहर नहीं अंदर जा नहीं सकते, ते फिर वो फड़िया नहीं गया। को सतनाम सी। साध संग जाको हर रंग लागा, धन धन सो जन पुरख सुभागा। ईत ऊत जन सदा सहेले, जन पदार्थ जीत अमोले। जिन्होंने सत्संग की है उन्होंने मनुखा जन्म नूं जित लिया। चित्रगुप्त का कागज फारिया, जमदूता कछू न चली। उथे तो फिर जमदूता का जोर भी नहीं चलिया, जिन्होंने बाबे नानक का पल्ला फड़ लिया। जहांगीर भी ग्वालियर दे कैदी राजिया नूं रोक नहीं सकिया, जिन्होंने हरगोबिंद साहब का पल्ला फड़ लिया। को सतनाम सी। प्रतख उदाहरण है सामने। जिथे 40 दिन 42 दिन छेवें पातशाह रहे, जिहदे विच के 52 कैदी सन, जिन्हों उम्र की कैद सी, जिन्होंने अंदरे मरना सी। इदों पहला कई मर गए तो मरिया दियां लाशां बाहर सिट दिंदे है, पर छड्डदे नहीं। इन्हां ने भी मरना ही सी, पर इन्हां दे भागां नूं उत्थे गुरु पहुँच गया। तो जब गुरु 40-42 दिनों बाद बाहर निकल लग्या, फिर वो पैरी पै गए जी जां तां तुसीं इत्थे रहो, सोडे करके तो सानू कैद भी कैद नहीं लगती हुण, जां फिर सानू लैके चलो। तो गुरु दया का घर है। उन्हें फिर कहा ठीक है, जे जां तां मैं इत्थे रहूँगा जां सोनू भी लैके जाऊँगा। फिर वो 52 कैदियां लो राजे जहांगीर का भी जोर नहीं चलिया भी रोक ले, क्योंकि उन्होंने रात को शेर डराउंदे आ, शेर पैंदे उन्होंने रात को। एक वजीर खां बड़ा सियाणा वजीर है, जिहड़ा गुरु घर नाल भी जुड़िया होया सी। उन्हें समझाया राजा साहब कैदी रख के की करोगे, जे तेरी मौत होगी पहला आपकी जान बचा, एक बारी छड़ दे कैदियां नूं। राजा कहना जी जो थोड़ा पल्ला फड़ के निकल जाएंगे उन्होंने लै जाओ। तो हरगोबिंद साहब जी ने भी 52 कलियां वाला चोला तैयार करा लिया, और 52 के 52 कैदियां नूं अपनी पल्ले फड़ा के चोले दे और उस ग्वालियर की कैद चो बाहर कढ़ लिया। ये गुरु की प्रतख उदाहरण है। जिमें इत्थे छड़ाए इवें ही उत्थे छड़ाउंदा है। कहो सतनाम श्री। चित्रगुप्त का कागज फारिया, जमदूता कछू न चली। उथे जमदूता का भी जोर नहीं चलिया।
नानक सिख दे मन प्रीतम। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖਿਆ ਦਿੰਦੇ ਹਨ, ਹਰ ਲੱਦੇ ਖੇਪ ਸਵੱਲੀ। ਆਓ, ਸਵੱਲੀ ਹੁੰਦੀ ਹੈ ਚੰਗੀ ਖੇਪ। ਐਂ ਤਾਂ ਲੋਕ ਨਸ਼ਿਆਂ ਦੀ ਖੇਪ ਵੀ ਭੇਜ ਦਿੰਦੇ ਆ, ਚੰਗੀਆਂ ਵਸਤੂਆਂ ਵੀ ਆਉਂਦੀਆਂ ਖੇਪ ਰਾਹੀਂ। ਭਾਈ ਜੈ ਸਿੰਘ ਖਲਕਟ ਹੋਇਆ, ਇੱਕ ਛੋਟੀ ਜਿਹੀ ਕਹਾਣੀ ਕਰਕੇ ਫਿਰ ਸਮਾਪਤੀ ਕਰਦੇ ਆ। ਜੈ ਸਿੰਘ ਖਲਕਟ ਹੋਇਆ, ਰਵਿਦਾਸੀਆ ਸਿੱਖ ਹੋਇਆ ਇਹ। ਔਰ ਕੀ ਹੋਇਆ, ਇੱਕ ਵਾਰੀ ਮੁਗਲਾਂ ਦੇ ਰਾਜ ਸਮੇਂ ਮੁਗਲਾਂ ਨੇ ਇੱਕ ਪੰਡ ਬੰਨੀ ਆ, ਤੇ ਪੰਡ ਇਹਨੂੰ ਕਹਿਣ ਲੱਗੇ ਜੈ ਸਿੰਘ ਖਲਕਟ ਨੂੰ, ਬਈ ਤੂੰ ਇਹ ਪੰਡ ਸਿਰ ਤੇ ਚੱਕ ਕੇ ਦੂਜੇ ਪਿੰਡ ਛੱਡ ਕੇ ਆ। ਉਹ ਕਹਿੰਦਾ ਇਹ 'ਚ ਹੈ ਕੀ? ਉਹ ਕਹਿੰਦੇ ਇਹਦੇ ਵਿੱਚ ਤਮਾਕੂ ਬੰਨਿਆ ਹੋਇਆ ਹੈ। ਉਹ ਕਹਿੰਦਾ ਮੈਂ ਤਮਾਕੂ ਸਿਰ ਤੇ ਨਹੀਂ ਰੱਖਣਾ ਆਪਦੇ, ਮੈਂ ਗੁਰੂ ਕਾ ਸਿੱਖ ਹਾਂ। ਜੈ ਸਿੰਘ ਖਲਕਟ ਹੋਇਆ ਗੁਰੂ ਕਾ ਸਿੱਖ, ਰਵਿਦਾਸੀਆ ਸਿੱਖ ਸੀ, ਕੋ ਸਤਨਾਮ ਸੀ, ਜਿਹੜਾ ਚਮੜੇ ਦਾ ਕੰਮ ਕਰਦਾ ਸੀ। ਜੈ ਸਿੰਘ ਖਲਕਟ ਨੇ ਜਵਾਬ ਦੇ ਦਿੱਤਾ। ਮੁਗਲ ਸਰਕਾਰ ਸੀ, ਧੱਕਾ ਕਰਦੀ ਸੀ ਹਿੰਦੁਸਤਾਨ ਦੇ ਲੋਕਾਂ ਦੇ ਨਾਲ। ਉਹ ਕਹਿੰਦੇ ਤੈਨੂੰ ਇਹ ਪੰਡ ਛੱਡ ਕੇ ਆਉਣੀ ਪੈਣੀ ਆ। ਮੈਂ ਸਵੱਲੀ ਦੇ ਅਰਥ ਕਰਨੇ ਸੀ। ਸਵੱਲੀ ਖੇਪ ਇੱਕ ਨਸ਼ਿਆਂ ਦੀ ਖੇਪ ਵੀ ਹੈ, ਇੱਕ ਗੁਰੂ ਪਿਆਰੋ ਚੰਗੀਆਂ ਵਸਤੂਆਂ ਦੀ ਖੇਪ ਵੀ ਹੈ। ਤੇ ਜੈ ਸਿੰਘ ਖਲਕਟ ਕਹਿਣ ਲੱਗਿਆ, ਬਈ ਮੈਂ ਤਮਾਕੂ ਦੀ ਪੰਡ ਸਿਰ ਤੇ ਨਹੀਂ ਰੱਖਣੀ, ਮੇਰੇ ਗੁਰੂ ਦਾ ਹੁਕਮ ਨਹੀਂ ਹੈ। ਉਹ ਕਹਿੰਦੇ ਰੱਖਣੀ ਪੈਣੀ ਆ, ਛੱਡ ਕੇ ਆਉਣੀ ਪੈਣੀ ਆ। ਕਹਿੰਦਾ ਮੈਂ ਸਰੀਰ ਛੱਡ ਦੂੰਗਾ, ਪਰ ਤੁਹਾਡੀ ਇਹ ਤਮਾਕੂ ਦੀ ਪੰਡ ਨਹੀਂ ਚੁੱਕੂੰਗਾ। ਤੇ ਆਖਰ ਉਹ ਜਿੱਦੀ ਸੀ, ਸਰਕਾਰ ਜ਼ੁਲਮ ਕਰਦੀ ਸੀ। ਕਹਿਣ ਲੱਗੇ ਇਹਦੀ ਚਮੜੀ ਲਾਹੋ, ਜਿਵੇਂ ਇਹ ਮਰੇ ਪਸ਼ੂ ਦਾ ਚਮੜਾ ਲਾਉਂਦਾ ਨਾ, ਆਏ ਲਾਹੋ। ਇਉਂ ਭਾਈ ਜੈ ਸਿੰਘ ਖਲਕਟ ਨੂੰ ਇੱਕ ਦਰਖਤ ਨਾਲ ਪੁੱਠਾ ਲਮਕਾ ਕੇ ਉਸੇ ਦੀ ਰੰਬੀ ਨਾਲ ਉਹਦੀ ਚਮੜੀ ਉਧੇੜੀ ਗਈ। ਕਹੋ ਸਤਨਾਮ ਸੀ। ਪਰ ਸਿੱਖ ਨੇ ਆਪਣਾ ਸੜਕ ਤੇ ਰਹਿ ਕੇ ਆਪਣਾ ਜੀਵਨ ਛੋੜ ਦਿੱਤਾ, ਜੀਵਨ ਬਤੀਤ ਕੀਤਾ, ਸਰੀਰ ਛੱਡ ਗਿਆ, ਪਰ ਤਮਾਕੂ ਸਿਰ ਤੇ ਨਹੀਂ ਰੱਖਿਆ। ਇਸ ਕਰਕੇ ਚੰਗੀ ਖੇਪ ਕਿਹੜੀ ਹੈ? ਨਾਮ ਜਪਣ ਵਾਲੀ। ਨਾਮ ਦੀ ਖੇਪ ਇਕੱਠੀ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਨਕ ਸਿੱਖ ਦੇ ਮਨ ਪ੍ਰੀਤਮ, ਹਰ ਲੱਦੇ ਖੇਪ ਸਵੱਲੀ। ਮਨ ਪਿਆਰਿਆ ਜੀਓ ਮਿੱਤਰ, ਕਰ ਸੰਤਾਂ ਸੰਗ ਨਿਵਾਸੋ। ਹੁਣ ਅਗਲਾ ਪ੍ਰਸ਼ਨ ਪੈਦਾ ਕਰਤਾ ਰਾਜੇ ਨੇ, ਭਾਈ ਕਲਿਆਣੇ ਸਿੱਖ ਨੇ, ਬਈ ਮਹਾਰਾਜ ਇਹ ਖੇਪ ਮਿਲਦੀ ਕਿੱਥੋਂ ਆ? ਇਹ ਨਾਮ ਦੀ ਵਸਤੂ ਕਿੱਥੇ ਇਕੱਠੀ ਹੁੰਦੀ ਆ, ਕਿੱਥੋਂ ਮਿਲਦੀ ਆ? ਇਹਦੇ ਬਾਰੇ ਪੰਜਵੇਂ ਪਾਤਸ਼ਾਹ ਫਿਰ ਦੱਸਦੇ ਹੈ, ਉਹ ਹੈ ਸੰਤਾਂ ਦੇ ਨਾਲ ਰਹਿਣਾ, ਸਤ ਸੰਗਤ ਕਰਨੀ, ਨਾਮ ਜਪਣਾ। ਉੱਥੇ ਖੇਪ ਇਕੱਠੀ ਕੀਤੀ ਜਾਂਦੀ ਆ। ਕਿਵੇਂ ਇਕੱਠੀ ਕੀਤੀ ਜਾਂਦੀ ਆ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ 'ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਨਾਨਕ ਹਰ ਸੰਗ ਮੀਤ, ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ, ਏਕ ਓੰਕਾਰ ਸਤਿਗੁਰੂ। ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਸਤਨਾਮ